ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਅਮਰੀਕਾ ਬਾਰਡਰ ਰਹੇਗਾ ਬੰਦ, ਟਰੂਡੋ ਨੇ ਦਿੱਤੀ ਇਸ ਬਾਰੇ ਜਾਣਕਾਰੀ। ontario ਦੇ ਵਿੱਚ ਪਾਬੰਦੀਆਂ ਹਟਾਉਣ ਦਾ ਹੋਇਆ ਐਲਾਨ, 3 ਪੜਾਵਾਂ ਦੇ ਤਹਿਤ ਹਟਣਗੀਆਂ ਪਾਬੰਦੀਆਂ। ਸਰੀ ਦੇ ਫਾਰਮ ਦੇ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾ। ਕੈਨੇਡਾ ਦੇ ਵਿੱਚ ਗਰਮੀ ਲੰਘ ਸਕਦੀ, ਪਾਬੰਦੀਆਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਦੱਸੇ ਵਿਚਾਰ। ਕੈਨੇਡਾ ਵੱਲੋਂ ਛੇਤੀ ਨਹੀਂ ਹਟਾਈਆਂ ਜਾਣਗੀਆਂ ਯਾਤਰਾ ਪਾਬੰਦੀਆਂ, ਜਾਣੋ ਕੈਨੇਡਾ ਦੀ ਕਰੋਨਾ ਬਾਰੇ ਅਪਡੇਟ। ਕੈਨੇਡਾ ਅਮਰੀਕਾ ਬਾਰਡਰ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੈਨੇਡਾ US ਬਾਰਡਰ ਨੂੰ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਬੰਦ ਰੱਖਿਆ ਜਾਵੇਗਾ। ਜਾਣੀ ਕਿ ਹੁਣ ਇਹ ਬਾਰਡਰ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਜੂਨ 21 ਤੱਕ ਬੰਦ ਰਹੇਗਾ। ਹਰ ਮਹੀਨੇ ਦੋਨਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਇਸ ਚੀਜ਼ ਦੇ ਉੱਪਰ ਵਿਚਾਰ ਕੀਤੀ ਜਾਂਦੀ ਹੈ ਕਿ ਜੋ ਕਰੋਨਾ ਵਾਇਰਸ ਦੇ ਹਾਲਾਤ ਨੇ ਉਸ ਤੋਂ ਬਾਅਦ ਇਸ ਬਾਰਡਰ ਨੂੰ ਖੋਲਿਆ ਜਾਣਾ ਹੈ ਜਾਂ ਫਿਰ ਨਹੀਂ, ਤੇ ਇੱਕ ਵਾਰ ਫਿਰ ਤੋਂ ਇੱਕ ਮਹੀਨੇ ਦੇ ਵਾਸਤੇ ਇਸ ਬਾਰਡਰ ਦੇ ਉੱਪਰ ਲੱਗੀ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ। ਕੈਨੇਡਾ ਅਮਰੀਕਾ ਬਾਰਡਰ ਖੋਲਣ ਦੀ ਚਰਚਾ ਚੱਲ ਹੀ ਰਹੀ ਸੀ ਤੇ ਉਧਰ ਦੂਜੇ ਪਾਸੇ ਇਸ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆ ਗਈ ਹੈ। ਕੈਨੇਡਾ US ਬਾਰਡਰ ਨੂੰ ਅਗਲੇ ਇੱਕ ਹੋਰ ਮਹੀਨੇ ਲਈ ਬੰਦ ਰੱਖਿਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਹੁਣ ਇਹ ਬਾਰਡਰ ਜੂਨ 21 ਤੱਕ ਬੰਦ ਰਹਿਣ ਵਾਲਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵੀਟ ਕੀਤਾ ਗਿਆ ਕਿ ਕਰੋਨਾ ਵਾਇਰਸ ਨੂੰ ਧਿਆਨ ਵਿੱਚ ਰੱਖਦਿਆਂ ਬਾਰਡਰ ਨੂੰ ਅਗਲੇ ਹੋਰ 30 ਦਿਨਾਂ ਦੇ ਵਾਸਤੇ ਬੰਦ ਕੀਤਾ ਜਾਵੇਗਾ, ਜੋ ਕਿ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਬੰਦ ਰਹੇਗਾ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਕੈਨੇਡਾ US ਬਾਰਡਰ ਨੂੰ ਬੰਦ ਕੀਤਾ ਗਿਆ। ਬਾਅਦ ਦੇ ਵਿੱਚ ਐਸੈਂਸ਼ੀਅਲ ਟਰੈਵਲ ਦੀ ਇੱਥੋਂ ਇਜਾਜ਼ਤ ਦਿੱਤੀ ਗਈ, ਜਿਸ ਦਾ ਮਤਲਬ ਹੈ ਕਿ ਜ਼ਰੂਰੀ ਕੰਮ ਦੇ ਲਈ ਇਸ ਬਾਰਡਰ ਦੇ ਰਾਹੀਂ ਆਇਆ ਜਾ ਸਕਦਾ ਹੈ, ਪਰ ਗੈਰ ਜ਼ਰੂਰੀ ਆਵਾਜਾਈ ਦੇ ਵਾਸਤੇ ਅਜੇ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਇਸ ਚੀਜ਼ ਦਾ ਇਸ਼ਾਰਾ ਕੀਤਾ ਗਿਆ ਸੀ ਕਿ ਕਰੋਨਾ ਪਾਬੰਦੀਆਂ ਤੋਂ ਰਾਹਤ ਤਦ ਹੀ ਮਿਲੇਗੀ ਜੇਕਰ ਵੈਕਸੀਨੇਸ਼ਨ ਤੇਜ਼ ਹੋਵੇਗੀ। ਜਾਣੀ ਕਿ ਕਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਹੀ ਪਾਬੰਦੀਆਂ ਦੇ ਸੰਬੰਧ ਦੇ ਵਿੱਚ ਫੈਸਲਾ ਲਿਆ ਜਾਵੇਗਾ। ਤੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਬਾਰਡਰ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਬੰਦ ਰਹੇਗਾ, ਜੋ ਕਿ 21 ਜੂਨ ਤੱਕ ਬੰਦ ਰਿਹਾ ਜਾਣਾ ਹੈ। ਦੱਸ ਦਈਏ ਕਿ ਹਰ ਮਹੀਨੇ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ, ਜਾਣੀ ਕਿ ਕੈਨੇਡਾ ਅਤੇ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ। ਕਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਸ ਬਾਰਡਰ ਨੂੰ ਖੋਲ੍ਹਣ ਜਾਂ ਫਿਰ ਨਾ ਖੋਲ੍ਹਣ ਦਾ ਫੈਸਲਾ ਲਿਆ ਜਾਂਦਾ ਹੈ। ontario ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਕਰੋਨਾ ਵਾਇਰਸ ਦੇ ਚੱਲਦਿਆਂ ਜੋ ਕਾਫੀ ਲੰਬੇ ਸਮੇਂ ਤੋਂ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਨੂੰ ਹਟਾਉਣ ਦੇ ਬਾਰੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹਨਾਂ ਪਾਬੰਦੀਆਂ ਨੂੰ 3 ਪੜਾਵਾਂ ਦੇ ਤਹਿਤ ontario ਤੋਂ ਹਟਾਇਆ ਜਾਵੇਗਾ। ਪਹਿਲੇ ਪੜਾਅ ਦੇ ਤਹਿਤ 60% ਲੋਕ ਜਦੋਂ ਕੋਵਿਡ-19 ਵੈਕਸੀਨ ਸ਼ਾਟ ਲਗਵਾ ਲੈਣਗੇ, ਉਸ ਤੋਂ ਬਾਅਦ ਕਾਫੀ ਜ਼ਿਆਦਾ ਚੀਜ਼ਾਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ, ਜਿਸ ਦੀ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਸਪਸ਼ਟ ਕਰਾਂਗੇ। ਦੂਸਰੇ ਪੜਾਅ ਦੇ ਤਹਿਤ 70% ਲੋਕਾਂ ਦੇ ਲਈ ਪਹਿਲੀ ਸ਼ਾਟ ਅਤੇ 20% ਲੋਕਾਂ ਦੇ ਲਈ ਕੋਵਿਡ-19 ਵੈਕਸੀਨ ਦੀਆਂ ਦੋਨੋਂ ਸ਼ਾਟ ਲਗਵਾਉਣੀਆਂ ਜ਼ਰੂਰੀ ਹੋਣਗੀਆਂ। ਤੀਸਰੇ ਪੜਾਅ ਦੇ ਤਹਿਤ 80% ਲੋਕਾਂ ਦੇ ਕੋਵਿਡ-19 ਵੈਕਸੀਨ ਪਹਿਲੀ ਸ਼ਾਟ ਲੱਗੀ ਹੋਣੀ ਚਾਹੀਦੀ ਹੈ ਤੇ 25% ਅਜਿਹੇ ਹੋਣੇ ਚਾਹੀਦੇ ਨੇ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਦੋਨੋਂ ਸ਼ਾਟ ਲੱਗ ਜਾਣ, ਜਿਸ ਦਾ ਮਤਲਬ ਹੈ ਕਿ ontario ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵੈਕਸੀਨੇਸ਼ਨ ਤੋਂ ਬਾਅਦ ਕਰੋਨਾ ਪਾਬੰਦੀਆਂ ਹਟਾਈਆਂ ਜਾਣਗੀਆਂ। ਕਿਹੜੀਆਂ ਪਾਬੰਦੀਆਂ ਕਦੋਂ ਹਟਣਗੀਆਂ, ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਵੇਖੋ। ontario ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਜੋ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਦੇ ਵਿੱਚ ਹੁਣ ਢਿੱਲ ਦਿੱਤੀ ਜਾਵੇਗੀ। ontario ਦੇ ਵਿੱਚ 3 ਪੜਾਵਾਂ ਦੇ ਤਹਿਤ ਵੱਖ-ਵੱਖ ਚੀਜ਼ਾਂ ਨੂੰ ਖੋਲ੍ਹਿਆ ਜਾਵੇਗਾ, ਜੋ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਬੰਦ ਕੀਤੀਆਂ ਗਈਆਂ ਸਨ। ਇਸ ਦੀ ਜਾਣਕਾਰੀ ਖੁਦ ਪ੍ਰੀਮੀਅਰ ਡਗ ਫੋਰਡ ਵੱਲੋਂ ਦਿੱਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਅੱਜ ਇਸ ਸੰਬੰਧੀ ਐਲਾਨ ਕੀਤਾ ਗਿਆ, ਜਿਸ ਦੇ ਨਾਲ ਸੰਬੰਧੀ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਦੱਸਾਂਗੇ। ਪ੍ਰੀਮੀਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ 15 ਮਹੀਨਿਆਂ ਦੇ ਵਿੱਚ ontario ਵਾਸੀਆਂ ਨੇ ਕਾਫੀ ਕੁਝ ਸਿਆ ਹੈ। ਇੱਥੇ ਕਰੋਨਾ ਵਾਇਰਸ ਦੇ ਚੱਲਦਿਆਂ ਚੀਜ਼ਾਂ ਨੂੰ ਬੰਦ ਕੀਤਾ ਗਿਆ, ਪਾਬੰਦੀਆਂ ਲਗਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਿਆ ਜਾਵੇ। ਪਹਿਲੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸ਼ਨੀਵਾਰ ਨੂੰ ontario ਵੱਲੋਂ ਰੀਕ੍ਰੀਏਸ਼ਨਲ ਐਮੈਨਿਟੀਜ਼ ਖੋਲ੍ਹੀਆਂ ਜਾ ਰਹੀਆਂ ਹਨ। ਪਹਿਲੇ ਪੜਾਅ ਦੀ ਸ਼ੁਰੂਆਤ ਉਦੋਂ ਕੀਤੀ ਜਾਵੇਗੀ ਜਦੋਂ 60% ontario ਵਾਸੀਆਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲੱਗ ਜਾਵੇਗਾ, ਜਿਸ ਦਾ ਮਤਲਬ ਹੈ ਕਿ ਪਹਿਲੇ ਪੜਾਅ ਵਾਰ ਰੀਓਪਨਿੰਗ ਦੀ ਸ਼ੁਰੂਆਤ ਜੂਨ 14 ਤੋਂ ਹੋ ਸਕਦੀ ਹੈ। ਇਸ ਦੇ ਅਧੀਨ ਆਊਟਡੋਰ ਐਕਟੀਵਿਟੀਜ਼ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ।
ਪਹਿਲੇ ਪੜਾਅ ਦੇ ਤਹਿਤ ਓਨਟਾਰੀਓ ਦੇ ਵਿੱਚ ਆਊਟਡੋਰ 10 ਜਾਣੇ ਇਕੱਠ ਕਰ ਸਕਣਗੇ। ਇੱਕ ਟੇਬਲ ਦੇ ਉੱਪਰ 4 ਜਾਣੇ ਬੈਠ ਸਕਦੇ ਨੇ। ਰੀਟੇਲ ਨੂੰ 15% ਕੈਪੈਸਿਟੀ ਦੇ ਨਾਲ ਖੋਲ੍ਹਿਆ ਜਾਵੇਗਾ, ਜੋ ਕਿ ਨਾਨ ਐਸੈਂਸ਼ੀਅਲ ਬਿਜ਼ਨਸ ਦੇ ਵਾਸਤੇ ਹੋਵੇਗੀ। ਐਸੈਂਸ਼ੀਅਲ ਰੀਟੇਲ 25% ਕੈਪੈਸਿਟੀ ਦੇ ਨਾਲ ਖੋਲ੍ਹੇ ਜਾ ਸਕਣਗੇ। ਸਰੀਰਕ ਦੂਰੀ ਦਾ ਖਿਆਲ ਰੱਖਦਿਆਂ ਆਊਟਡੋਰ ਧਾਰਮਿਕ ਸਮਾਗਮ ਕੀਤੇ ਜਾ ਸਕਣਗੇ। 10 ਜਾਣਿਆਂ ਤੱਕ ਆਊਟਡੋਰ ਸਪੋਰਟਸ ਐਕਟੀਵਿਟੀਜ਼ ਕੀਤੀਆਂ ਜਾ ਸਕਣਗੀਆਂ। ਡੇ ਕੈਂਪਸ, ਕੈਂਪ ਗਰਾਊਂਡਸ, ਓਨਟਾਰੀਓ ਪਾਰਕਸ, ਹਾਰਸ ਰੇਸਿੰਗ, ਸਪੀਡਵੇਜ਼, ਆਊਟਡੋਰ ਪੂਲਸ, ਜ਼ੂਜ਼, ਸਪਲੈਸ਼ ਪੈਡਸ, ਇਹਨਾਂ ਸਭ ਦੀ ਪਹਿਲੇ ਪੜਾਅ ਦੇ ਅਧੀਨ ਇਜਾਜ਼ਤ ਦਿੱਤੀ ਜਾਵੇਗੀ। 3 ਹਫ਼ਤਿਆਂ ਦੇ ਗੈਪ ਤੋਂ ਬਾਅਦ ਜਦੋਂ 70% ਓਨਟਾਰੀਓ ਵਾਸੀਆਂ ਨੂੰ ਕੋਵਿਡ-19 ਦਾ ਪਹਿਲਾ ਸ਼ਾਟ ਲੱਗ ਜਾਵੇਗਾ ਤੇ 20% ਰੈਜ਼ੀਡੈਂਟਸ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲੱਗ ਜਾਣਗੇ, ਉਦੋਂ ਹੋਰ ਵੀ ਚੀਜ਼ਾਂ ਦੇ ਵਿੱਚ ਰਾਹਤ ਦਿੱਤੀ ਜਾਵੇਗੀ, ਜੋ ਕਿ ਇਸ ਪ੍ਰਕਾਰ ਹਨ। ਆਊਟਡੋਰ 25 ਲੋਕਾਂ ਦੇ ਨਾਲ ਇਕੱਠ ਕੀਤਾ ਜਾ ਸਕੇਗਾ। ਇਨਡੋਰ 5 ਜਾਣੇ ਇਕੱਠ ਕਰ ਸਕਣਗੇ। ਨਾਨ ਐਸੈਂਸ਼ੀਅਲ ਰੀਟੇਲ ਦੇ ਵਿੱਚ 25% ਕੈਪੈਸਿਟੀ ਦੀ ਇਜਾਜ਼ਤ ਹੋਵੇਗੀ। ਫੇਸ ਮਾਸਕ ਪਾ ਕੇ ਪਰਸਨਲ ਕੇਅਰ ਸੈਟਿੰਗਸ ਦੀ ਇਜਾਜ਼ਤ ਹੋਵੇਗੀ। ਆਊਟਡੋਰ ਮੀਟਿੰਗ, ਇਵੈਂਟ ਸਪੇਸਿਸ, ਅਮਿਊਜ਼ਮੈਂਟ ਪਾਰਕਸ, ਵਾਟਰ ਪਾਰਕਸ, ਬੋਟ ਟੂਅਰਸ, ਕਾਉਂਟੀ ਫੇਅਰਸ, ਸਪੋਰਟਸ ਲੀਗਸ, ਸਿਨੇਮਾ ਅਤੇ ਆਰਟ ਵੈਨਿਊ ਨੂੰ ਖੋਲ੍ਹਿਆ ਜਾ ਸਕੇਗਾ। ਇਸ ਤੋਂ ਬਾਅਦ 3 ਹੋਰ ਹਫ਼ਤਿਆਂ ਦੇ ਗੈਪ ਤੋਂ ਬਾਅਦ ਜਦੋਂ 80% ਓਨਟਾਰੀਓ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਲੱਗ ਜਾਵੇਗਾ ਅਤੇ 25% ਓਨਟਾਰੀਓ ਵਾਸੀ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾ ਲੈਣਗੇ ਤਾਂ ਹੋਰ ਵੀ ਜ਼ਿਆਦਾ ਰਾਹਤ ਦਿੱਤੀ ਜਾਵੇਗੀ। ਇਸ ਤੀਸਰੇ ਪੜਾਅ ਦੇ ਤਹਿਤ ਇਨਡੋਰ ਆਊਟਡੋਰ ਇਕੱਠ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਇਨਡੋਰ ਡਾਈਨਿੰਗ ਦੀ ਵੀ ਆਗਿਆ ਦਿੱਤੀ ਜਾਵੇਗੀ। ਰੀਟੇਲ ਬਿਜ਼ਨਸ ਦੇ ਵਾਸਤੇ ਵੀ ਕੈਪੈਸਿਟੀ ਦੇ ਵਿੱਚ ਵਾਧਾ ਕੀਤਾ ਜਾਵੇਗਾ। ਇਨਡੋਰ ਧਾਰਮਿਕ ਇਕੱਠ ਕੀਤੇ ਜਾ ਸਕਣਗੇ। ਇਨਡੋਰ ਮੀਟਿੰਗ ਇਵੈਂਟ ਸਪੇਸਿਸ ਦੀ ਵੀ ਇਜਾਜ਼ਤ ਹੋਵੇਗੀ। ਇਨਡੋਰ ਸਪੋਰਟਸ ਤੇ ਰੀਕ੍ਰੀਏਸ਼ਨਲ ਫੈਸਿਲਿਟੀਜ਼ ਵੀ ਖੋਲ੍ਹੀਆਂ ਜਾ ਸਕਣਗੀਆਂ। ਕਸੀਨੋ ਤੇ ਬਿੰਗੋ ਹਾਲਸ ਵੀ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਇਹਨਾਂ 3 ਪੜਾਵਾਂ ਤੋਂ ਬਾਅਦ ਦੇਖਿਆ ਜਾਵੇਗਾ ਕਿ ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਦੀ ਮੌਜੂਦਾ ਕੀ ਸਥਿਤੀ ਹੈ। ਇਸ ਦਾ ਪੂਰਾ ਜਾਇਜ਼ਾ ਲਿਆ ਜਾਵੇਗਾ। ਪ੍ਰੀਮੀਅਰ ਵੱਲੋਂ तमाम ਓਨਟਾਰੀਓ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਹੁਣ ਜਲਦ ਤੋਂ ਜਲਦ ਕੋਵਿਡ-19 ਵੈਕਸੀਨ ਲਗਵਾ ਲਿਆ ਜਾਵੇ। ਸਰੀ ਦੇ ਇੱਕ ਬੇਰੀ ਫਾਰਮ ਦੇ ਵਿੱਚ ਤੜਕੇ ਅੱਗ ਲੱਗ ਗਈ, ਜਿਸ ਦੀ ਜਾਣਕਾਰੀ ਫਾਇਰ ਫਾਈਟਰਸ ਨੂੰ ਮਿਲੀ ਤਾਂ ਉੱਥੇ ਮੌਕੇ ਤੇ ਅੱਗ ਬੁਝਾਉਣ ਦੇ ਲਈ ਪਹੁੰਚੇ। ਰਾਹਤ ਦੀ ਖਬਰ ਹੈ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬੇਰੀ ਫਾਰਮ ਕਾਫੀ ਹੱਦ ਤੱਕ ਇਸ ਅੱਗ ਦੇ ਕਾਰਨ ਨੁਕਸਾਨਿਆ ਗਿਆ। ਅੱਗ ਕਿਹਨਾਂ ਕਾਰਨਾਂ ਦੇ ਕਰਕੇ ਲੱਗੀ ਇਹ ਅਜੇ ਪਤਾ ਨਹੀਂ ਚੱਲਿਆ। ਇਸ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਸਰੀ ਤੋਂ ਸਾਹਮਣੇ ਆਇਆ, ਜਿੱਥੇ ਸਵੇਰੇ ਅੱਗ ਲੱਗਣ ਦੇ ਕਾਰਨ ਸਰੀ ਬਲੂਬੇਰੀ ਫਾਰਮ ਤਬਾਹ ਹੋ ਗਿਆ। ਇਹ ਘਟਨਾ ਤੜਕੇ 2 ਵਜੇ ਦੇ ਕਰੀਬ ਵਾਪਰੀ, ਜਿੱਥੇ ਕੋਲਬਰੁਕ ਰੋਡ ਦੇ ਉੱਪਰ 5000 ਬਲਾਕ ਦੇ 152nd ਸਟਰੀਟ ਦੇ ਵਿੱਚ ਅੱਗ ਲੱਗੀ, ਜਿਸ ਸੰਬੰਧੀ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਇਹ ਫਾਰਮ ਉਸ ਜਗ੍ਹਾ ਦੇ ਉੱਪਰ ਹੈ ਜਿੱਥੇ ਪਾਣੀ ਦੀ ਕਾਫੀ ਕਮੀ ਹੈ, ਜਾਣੀ ਕਿ ਇਹ ਨੋ ਵਾਟਰ ਏਰੀਆ ਦੇ ਵਿੱਚ ਸਥਿਤ ਹੈ। ਇਸ ਦੌਰਾਨ ਫਾਇਰ ਫਾਈਟਰਸ ਦੇ ਵੱਲੋਂ ਇੱਥੇ ਪਹੁੰਚ ਬਣਾਈ ਗਈ, ਜਿੱਥੇ ਉਹਨਾਂ ਵੱਲੋਂ 5 ਪਾਣੀ ਦੇ ਟਰੱਕ ਲੈ ਕੇ ਆਂਦੇ ਗਏ ਤਾਂ ਕਿ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ। ਜਾਣਕਾਰੀ ਦੇ ਮੁਤਾਬਕ ਇੱਥੇ 32 ਦੇ ਕਰੀਬ ਫਾਇਰ ਫਾਈਟਰਸ ਅੱਗ ਬੁਝਾਉਣ ਦੇ ਵਿੱਚ ਜੁਟੇ। ਜਾਣਕਾਰੀ ਦੇ ਮੁਤਾਬਕ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਇਸ ਫਾਰਮ ਦੇ ਵਿੱਚ ਅੱਗ ਕਿਵੇਂ ਲੱਗੀ। ਇਸ ਦੀ ਅਜੇ ਪੜਤਾਲ ਕੀਤੀ ਜਾ ਰਹੀ ਹੈ, ਪਰ ਇਸ ਸੰਬੰਧੀ ਜੋ ਇਨਫੋਰਮੇਸ਼ਨ ਹਾਲੇ ਤੱਕ ਸਾਹਮਣੇ ਆਈ ਹੈ ਉਸ ਤੋਂ ਇਹ ਪਤਾ ਚੱਲਦਾ ਹੈ ਕਿ ਕਿਸੇ ਵੀ ਤਰੀਕੇ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਦੇ ਨਾਲ ਹੀ ਜੋ ਬਲੂਬੇਰੀ ਫਾਰਮ ਸੀ ਉਹ ਤਬਾਹ ਹੋ ਗਿਆ, ਜਾਣੀ ਕਿ ਅੱਗ ਦੇ ਨਾਲ ਕਾਫੀ ਹੱਦ ਤੱਕ ਨੁਕਸਾਨਿਆ ਗਿਆ। ਕੈਨੇਡਾ ਦੇ ਵਿੱਚ ਇਸ ਵਾਰ ਦੀਆਂ ਗਰਮੀਆਂ ਦੇ ਨਾਲ ਸੰਬੰਧਿਤ ਪੋਲ ਕਰਵਾਇਆ ਗਿਆ, ਜਿਸ ਦੇ ਵਿੱਚ ਕੈਨੇਡੀਅਨਸ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਗਰਮੀਆਂ ਵੀ ਕਰੋਨਾ ਪਾਬੰਦੀਆਂ ਦੇ ਵਿੱਚ ਲੰਘਣ ਵਾਲੀਆਂ ਨੇ। ਕਾਫੀ ਲੋਕਾਂ ਨੂੰ ਇਹ ਲੱਗਦਾ ਹੈ, ਜਾਣੀ ਕਿ ਕਾਫੀ ਕੈਨੇਡੀਅਨਸ ਨੂੰ ਇਹ ਲੱਗਦਾ ਹੈ ਕਿ ਇਸ ਵਾਰ ਦੀਆਂ ਗਰਮੀਆਂ ਦੇ ਵਿੱਚ ਵੀ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੇਗੀ, ਜਾਣੀ ਕਿ ਉਹਨਾਂ ਨੂੰ ਢਿੱਲ ਜਿਹੜੀ ਕਰੋਨਾ ਵਾਇਰਸ ਦੇ ਚੱਲਦਿਆਂ ਨਹੀਂ ਦਿੱਤੀ ਜਾਵੇਗੀ। ਬਹੁਤ ਸਾਰੇ ਕੈਨੇਡੀਅਨਸ ਵੱਲੋਂ ਇਸ ਦੇ ਨਾਲ ਸੰਬੰਧਿਤ ਆਪਣੇ ਪੱਖ ਜਿਹੜਾ ਹੈ ਸਾਂਝਾ ਕੀਤਾ ਗਿਆ ਹੈ। ਪੋਲ ਤੋਂ ਇਸ ਸੰਬੰਧੀ ਸਾਰੀ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਦੇ ਵਿੱਚ ਇਸ ਵਾਰ ਦੀਆਂ ਗਰਮੀਆਂ ਕਿਸ ਤਰ੍ਹਾਂ ਦੀਆਂ ਹੋਣ ਵਾਲੀਆਂ ਨੇ, ਇਸ ਦੇ ਬਾਰੇ ਵਿੱਚ ਇੱਕ ਪੋਲ ਕਰਵਾਇਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਕੈਨੇਡੀਅਨਸ ਦੇ ਵੱਲੋਂ ਹਿੱਸਾ ਲਿਆ ਗਿਆ। ਜੀ ਹਾਂ, ਵੱਡੀ ਗਿਣਤੀ ਕੈਨੇਡੀਅਨਸ ਨੂੰ ਲੱਗਦਾ ਹੈ ਕਿ ਇਸ ਵਾਰ ਦੀਆਂ ਗਰਮੀਆਂ ਵੀ ਕਰੋਨਾ ਪਾਬੰਦੀਆਂ ਦੇ ਵਿੱਚ ਲੰਘਣ ਵਾਲੀਆਂ ਹਨ। ਇੱਕ ਪੋਲ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਸ ਵਾਰ ਦੀਆਂ ਗਰਮੀਆਂ ਦੇ ਵਿੱਚ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗ ਸਕਦੀ ਹੈ। ਇਹ IPSOS ਪੋਲ
ਗਲੋਬਲ ਨਿਊਜ਼ ਵੱਲੋਂ ਕਰਵਾਇਆ ਗਿਆ। ਇਸ ਦੇ ਵਿੱਚ ਪਤਾ ਚੱਲਿਆ ਕਿ 10 ਦੇ ਵਿੱਚੋਂ 8 ਕੈਨੇਡੀਅਨਸ ਅਜਿਹੇ ਨੇ ਜਿਹੜੇ ਮੰਨਦੇ ਹਨ ਕਿ ਇਸ ਵਾਰ ਦੀਆਂ ਗਰਮੀਆਂ ਵੀ ਕਰੋਨਾ ਪਾਬੰਦੀਆਂ ਦੇ ਵਿੱਚ ਹੀ ਲੰਘਣਗੀਆਂ। 61% ਲੋਕਾਂ ਦਾ ਕਹਿਣਾ ਹੈ ਕਿ ਇਸ ਸਮਰ ਪਿਛਲੇ ਸਾਲ ਦੇ ਨਾਲੋਂ ਬਿਹਤਰ ਹੋਣਗੇ ਕਿਉਂਕਿ ਇਸ ਵਾਰ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਲਗਾਈ ਗਈ ਹੈ। ਇਹ ਪੋਲ ਆਨਲਾਈਨ ਕਰਵਾਇਆ ਗਿਆ ਜਿਸ ਦੇ ਵਿੱਚ 1000 ਦੇ ਕਰੀਬ ਲੋਕਾਂ ਵੱਲੋਂ ਹਿੱਸਾ ਲਿਆ ਗਿਆ। ਇਸ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ 15% ਲੋਕ ਅਜਿਹੇ ਨੇ ਜਿਹੜੇ ਕਿ ਇੰਟਰਨੈਸ਼ਨਲ ਟਰੈਵਲ ਜਾਣੀ ਕਿ ਅੰਤਰਰਾਸ਼ਟਰੀ ਯਾਤਰਾ ਕਰਨ ਦੇ ਚਾਹਵਾਨ ਹਨ। 45% ਅਜਿਹੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਆਊਟਡੋਰ ਜਾਣੀ ਕਿ ਬਾਹਰ ਘੁੰਮਣਾ ਇਕੱਠ ਕਰਨਾ ਸੁਰੱਖਿਅਤ ਨਹੀਂ ਹੋਵੇਗਾ। ਇਸ ਪੋਲ ਦੇ ਵਿੱਚ ਇਹ ਵੀ ਸਪਸ਼ਟ ਹੋਇਆ ਹੈ ਕਿ 18 ਸਾਲ ਤੋਂ 34 ਸਾਲ ਉਮਰ ਵਾਲੇ ਟਰੈਵਲ ਕਰਨ ਦੇ ਚਾਹਵਾਨ ਹਨ। ਉਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਪਾਬੰਦੀਆਂ ਹਟਣ ਅਤੇ ਉਹ ਯਾਤਰਾ ਕਰ ਸਕਣ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਵੱਲੋਂ ਕੈਨੇਡਾ ਦੇ ਵਿੱਚ ਯਾਤਰਾ ਪਾਬੰਦੀਆਂ ਹਟਾਉਣ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਜੇ ਇਸ ਤਾਰੀਖ ਦੇ ਉੱਪਰ ਵਿਚਾਰ ਨਹੀਂ ਕੀਤਾ ਗਿਆ ਕਿ ਕਦੋਂ ਕੈਨੇਡਾ ਦੇ ਵਿੱਚ ਯਾਤਰਾ ਪਾਬੰਦੀਆਂ ਹਟਾਈਆਂ ਜਾਣਗੀਆਂ। ਨਾਲ ਹੀ ਉਹਨਾਂ ਨੇ ਵੈਕਸੀਨੇਸ਼ਨ ਪਾਸਪੋਰਟ ਦੇ ਨਾਲ ਸੰਬੰਧਿਤ ਵੀ ਗੱਲ ਜਿਹੜੀ ਹੈ ਉਹ ਸਪਸ਼ਟ ਕੀਤੀ ਹੈ। ਕੀ ਦੱਸਿਆ ਉਹਨਾਂ ਨੇ ਦੱਸਾਂਗੇ ਇਸ ਖਬਰ ਦੇ ਵਿੱਚ। ਨਾਲ ਹੀ ਇਸ ਖਬਰ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ, ਕੈਨੇਡਾ ਦੇ ਵਿੱਚ ਕੀ ਹਨ ਕਰੋਨਾ ਵਾਇਰਸ ਦੇ ਹਾਲਾਤ, ਜਾਣੋ ਇਸ ਖਬਰ ਤੋਂ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਵੱਲੋਂ ਕੈਨੇਡਾ ਦੇ ਵਿੱਚੋਂ ਯਾਤਰਾ ਪਾਬੰਦੀਆਂ ਹਟਾਉਣ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਟਰਾਂਸਪੋਰਟ ਮੰਤਰੀ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਅਜੇ ਇਹ ਤੈਅ ਨਹੀਂ ਕੀਤਾ ਗਿਆ ਕਿ ਕੈਨੇਡਾ ਦੇ ਵਿੱਚ ਕਦੋਂ ਯਾਤਰਾ ਪਾਬੰਦੀਆਂ ਹਟਾਈਆਂ ਜਾਣੀਆਂ ਹਨ। ਉਹਨਾਂ ਨੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਕੈਨੇਡਾ ਵੱਲੋਂ ਵੈਕਸੀਨ ਪਾਸਪੋਰਟ ਕਦੋਂ ਲੈ ਕੇ ਆਂਦਾ ਜਾਵੇਗਾ, ਇਸ ਦੇ ਬਾਰੇ ਵੀ ਅਜੇ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ। ਇੱਕ ਵਰਚੁਅਲ ਕਾਨਫਰੰਸ ਦੇ ਦੌਰਾਨ ਬੋਲਦਿਆਂ ਉਹਨਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਤੋਂ 2400 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹਸਪਤਾਲ ਦੇ ਵਿੱਚ 1320 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 721 ਇੰਟੈਂਸਿਵ ਕੇਅਰ ਅਧੀਨ ਹਨ। ਅੱਜ ਓਨਟਾਰੀਓ ਵੱਲੋਂ 3 ਪੜਾਵਾਂ ਦੇ ਤਹਿਤ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਸਾਰੀ ਜਾਣਕਾਰੀ ਪ੍ਰੀਮੀਅਰ ਡਗਫੋਰਡ ਵੱਲੋਂ ਸਾਂਝੀ ਕੀਤੀ ਗਈ। ਕਿਬੈਕ ਤੋਂ 24 ਘੰਟਿਆਂ ਦੌਰਾਨ 662 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 8 ਮੌਤਾਂ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ। ਹੁਣ ਤੱਕ 3,65,642 ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 11,066 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 460 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 107 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਤੋਂ ਹੁਣ ਤੱਕ 13.5 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,104 ਦੇ ਕਰੀਬ ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਕੈਨੇਡਾ ਦੇ ਵਿੱਚ 12.6 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 1842 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦੇ ਵਿੱਚ ਖਾਸ ਗੱਲ ਇਹ ਰਹੀ ਕਿ ਸੀਆਰਐਸ ਸਕੋਰ ਘੱਟ ਹੋਇਆ, ਜਾਣੀ ਕਿ ਸੀਆਰਐਸ ਸਕੋਰ 397 ਦੇ ਉੱਪਰ ਆ ਗਿਆ। ਕੈਨੇਡਾ ਵੱਲੋਂ ਨਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਵਿੱਚ ਸੀਆਰਐਸ ਸਕੋਰ ਹੇਠਾਂ ਆ ਗਿਆ, ਜਿਸ ਦਾ ਮਤਲਬ ਹੈ ਕਿ ਨਵੇਂ ਡਰਾਅ ਦੇ ਵਿੱਚ ਸੀਆਰਐਸ ਸਕੋਰ 397 ਰਿਹਾ, ਜੋ ਕਿ ਇੱਕ ਵੱਡਾ ਸਰਪ੍ਰਾਈਜ਼ ਲੈ ਕੇ ਆਇਆ। ਇਸ ਡਰਾਅ ਦਾ ਐਲਾਨ ਮਈ 20 ਨੂੰ ਕੀਤਾ ਗਿਆ, ਜਿਸ ਦੇ ਵਾਸਤੇ ਉਮੀਦਵਾਰਾਂ ਨੂੰ ਘੱਟੋ-ਘੱਟ 397 ਸੀਆਰਐਸ ਸਕੋਰਸ ਦੀ ਜ਼ਰੂਰਤ ਰਹੀ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 1842 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਸੱਦੇ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਗਏ ਜੋ ਪੀਆਰ ਦੇ ਵਾਸਤੇ ਐਲੀਜੀਬਲ ਸਨ। ਜ਼ਿਕਰਯੋਗ ਹੈ ਕਿ ਹੁਣ ਤੱਕ 2021 ਦੌਰਾਨ 68,317 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਫਰਵਰੀ 13 ਨੂੰ IRCC ਵੱਲੋਂ ਇੱਕ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਇੱਕੋ ਵਾਰਡ ਦੇ ਵਿੱਚ 23,000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਸਨ। ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਜੋ ਇਸ ਸਾਲ ਦੇ ਵਿੱਚ ਟੀਚਾ ਮਿਥਿਆ ਗਿਆ ਹੈ, ਜਾਣੀ ਕਿ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕਰਨ ਦਾ, ਇਸ ਨੂੰ ਪੂਰਾ ਕਰਨ ਦੇ ਵਾਸਤੇ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ, ਜਿਸ ਦੇ ਚੱਲਦਿਆਂ ਸਮੇਂ-ਸਮੇਂ ਦੇ ਉੱਪਰ ਕਈ ਡਰਾਅ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡੀਅਨਸ ਨੂੰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕਈ ਸਰਪ੍ਰਾਈਜ਼ ਵੀ ਦਿੱਤੇ ਜਾ ਰਹੇ ਹਨ। ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਨਵੇਂ ਪ੍ਰੋਗਰਾਮ ਲਿਆਂਦੇ ਗਏ, ਜਿਸ ਦੇ ਤਹਿਤ 90,000 ਦੇ ਕਰੀਬ ਐਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਜਿਸ ਦੇ ਵਾਸਤੇ ਇੰਟਰਨੈਸ਼ਨਲ ਗ੍ਰੈਜੂਏਟਸ ਦੀ ਸਟ੍ਰੀਮ ਤਾਂ ਪੂਰੀ ਹੋ ਚੁੱਕੀ ਹੈ, ਪਰ ਉਧਰ ਦੂਜੇ ਪਾਸੇ ਇਹ ਵੀ ਇਸ਼ਾਰਾ ਦਿੱਤਾ ਗਿਆ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਕੋਈ ਹੋਰ ਐਲਾਨ ਕੀਤਾ ਜਾਵੇ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦੀ ਕੈਪੈਸਿਟੀ ਨੂੰ ਵਧਾਇਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਬੱਚਿਆਂ ਦੇ ਵੈਕਸੀਨ ਲਗਾਉਣ ਦੇ ਬਾਰੇ ਵਿੱਚ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ 12 ਸਾਲ ਤੋਂ 17 ਸਾਲ ਉਮਰ ਵਾਲਿਆਂ ਦੇ ਵੈਕਸੀਨ ਲਗਾਈ ਜਾਣਗੇ। ਇਹਨਾਂ ਬੱਚਿਆਂ ਦੇ ਵਾਸਤੇ ਜਿਹੜੇ ਕਿ ਇਸ ਉਮਰ ਵਰਗ ਦੇ ਨਾਲ ਸੰਬੰਧਿਤ ਨੇ ਅਪਾਇੰਟਮੈਂਟ ਖੋਲੀਆਂ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਵੱਲੋਂ ਬੱਚਿਆਂ ਨੂੰ ਟੀਕਾ ਲਗਾਉਣ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 12 ਸਾਲ ਤੋਂ 17 ਸਾਲ ਵਾਲੇ ਵੀ ਵੈਕਸੀਨ ਅਪਾਇੰਟਮੈਂਟ ਲੈ ਸਕਦੇ ਹਨ। ਇਸ ਦੀ ਜਾਣਕਾਰੀ ਹੈਲਥ ਮਿਨਿਸਟਰ ਐਂਡਰੀਅਨ ਡਿਕਸ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ 12 ਸਾਲ ਤੋਂ 17 ਸਾਲ ਵਾਲੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੇ ਲਈ ਪ੍ਰੋਗਰਾਮ ਲੈ ਕੇ ਆਂਦਾ ਗਿਆ ਹੈ। ਇਹ ਟੀਕੇ ਕਮਿਊਨਿਟੀ ਕਲੀਨਿਕਸ ਦੇ ਵਿੱਚ ਲਗਾਏ ਜਾਣਗੇ। ਕਈ ਕੇਸਾਂ ਦੇ ਵਿੱਚ ਪਰਿਵਾਰਾਂ ਨੂੰ ਇਕੱਠੇ ਵੈਕਸੀਨ ਲਗਾਉਣ ਦੀ ਵਾਸਤੇ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇ ਮੁਤਾਬਕ ਜਿਹੜੇ ਵੀ ਵੈਕਸੀਨ ਲਗਵਾਉਣ ਦੇ ਲਈ ਐਲੀਜੀਬਲ ਹਨ, ਉਹ ਆਨਲਾਈਨ ਜਾਂ ਫਿਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਲੈ ਸਕਦੇ ਨੇ। ਵੈਕਸੀਨ ਦੀ ਬੁਕਿੰਗ ਕਰਵਾਉਣ ਦੇ ਲਈ 1833-838-2323 ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। ਇਹ ਸਰਵਿਸ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਖੁੱਲੀ ਰਹੇਗੀ, ਜੋ ਕਿ ਹਫ਼ਤੇ ਦੇ 7 ਦਿਨ ਖੁੱਲੀ ਰਹਿਣ ਵਾਲੀ ਹੈ। ਕੈਨੇਡਾ ਦੇ ਵਿੱਚ ਜਿੱਥੇ ਅਡਲਟਸ ਨੂੰ ਵੈਕਸੀਨ ਲਗਾਈ ਜਾ ਰਹੀ ਸੀ, ਉੱਥੇ ਹੁਣ ਬੱਚਿਆਂ ਨੂੰ ਵੀ ਵੈਕਸੀਨ ਲਗਾਉਣ ਦੇ ਲਈ ਪ੍ਰੋਗਰਾਮ ਲਿਆਂਦੇ ਜਾ ਰਹੇ ਨੇ, ਜਿਸ ਦਾ ਐਲਾਨ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਕੀਤਾ ਗਿਆ ਹੈ, ਜਿੱਥੇ ਹੁਣ 12 ਸਾਲ ਤੋਂ 17 ਸਾਲ ਵਾਲੇ ਵੀ ਆਪਣੀ ਵੈਕਸੀਨ ਦੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ, ਜਿਸ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ। ਆਟਵਾ ਵੱਲੋਂ ਇਕਾਂਤਵਾਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਜਿਹੜੇ ਵੀ ਲੋਕ ਬਾਰਡਰ ਦੇ ਰਾਹੀਂ ਅਮਰੀਕਾ ਵੈਕਸੀਨ ਲਗਵਾਉਣ ਦੇ ਵਾਸਤੇ ਜਾਣਗੇ, ਉਹਨਾਂ ਨੂੰ ਵਾਪਸੀ ਦੇ ਉੱਪਰ ਕੁਆਰੰਟੀਨ ਕਰਨਾ ਹੋਵੇਗਾ। ਕੁਆਰੰਟੀਨ ਤੋਂ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਜਾਵੇਗੀ। ਆਟਵਾ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਕੈਨੇਡੀਅਨਸ ਬਾਰਡਰ ਪਾਰ ਕਰਕੇ ਵੈਕਸੀਨ ਦੇ ਵਾਸਤੇ ਜਾ ਰਹੇ ਨੇ, ਉਹਨਾਂ ਨੂੰ ਵਾਪਸੀ ਦੇ ਉੱਪਰ ਕੁਆਰੰਟੀਨ ਕਰਨਾ ਪਵੇਗਾ। ਕਈ ਕੈਨੇਡੀਅਨਸ ਦੇ ਵੱਲੋਂ ਵੈਕਸੀਨ ਲਗਵਾਉਣ ਦੇ ਵਾਸਤੇ ਬਾਰਡਰ ਰਾਹੀਂ ਯੂਨਾਈਟਿਡ ਸਟੇਟਸ ਜਾਣੀ ਕਿ ਅਮਰੀਕਾ ਜਾਇਆ ਜਾ ਰਿਹਾ ਹੈ, ਤੇ ਹੁਣ ਵਾਪਸੀ ਦੇ ਉੱਪਰ ਉਹਨਾਂ ਨੂੰ ਕੁਆਰੰਟੀਨ ਕਰਨਾ ਜ਼ਰੂਰੀ ਹੋਵੇਗਾ। ਜੋ ਕਰੋਨਾ ਪਾਬੰਦੀਆਂ ਲਗਾਈਆਂ ਗਈਆਂ ਨੇ, ਉਹਨਾਂ ਤੋਂ ਰਾਹਤ ਨਹੀਂ ਮਿਲੇਗੀ। ਇਸ ਦੀ ਜਾਣਕਾਰੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਬਾਰਡਰ ਦੇ ਰਾਹੀਂ ਵੈਕਸੀਨ ਲਗਵਾਉਣ ਦੇ ਵਾਸਤੇ ਜਾ ਰਹੇ ਨੇ, ਉਹਨਾਂ ਨੂੰ ਵਾਪਸੀ ਦੇ ਉੱਪਰ ਜੋ ਕੁਆਰੰਟੀਨ ਦੇ ਨਾਲ ਸੰਬੰਧਿਤ ਨਿਯਮ ਲਾਗੂ ਕੀਤੇ ਗਏ ਨੇ, ਉਹਨਾਂ ਦੀ ਪਾਲਣਾ ਕਰਨੀ ਹੋਵੇਗੀ, ਜਾਣੀ ਕਿ ਉਹਨਾਂ ਨੂੰ ਇਕਾਂਤਵਾਸ ਤੋਂ ਰਾਹਤ ਨਹੀਂ ਦਿੱਤੀ ਜਾਵੇਗੀ। ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਐਲਬਰਟਾ ਵਾਸੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਮੌਂਟਾਨਾ ਵੈਕਸੀਨੇਸ਼ਨ ਕਲੀਨਿਕ ਦੇ ਵਿੱਚ ਟੀਕਾ ਲਗਵਾਉਣ ਦੇ ਲਈ ਗਏ ਤੇ ਵਾਪਸੀ ਦੇ ਉੱਪਰ ਉਹਨਾਂ ਨੂੰ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੈਨੇਡਾ US ਬਾਰਡਰ ਨੂੰ ਮਾਰਚ 2020 ਤੋਂ ਹੀ ਬੰਦ ਕੀਤਾ ਗਿਆ, ਜਿੱਥੇ ਨਾਨ ਐਸੈਂਸ਼ੀਅਲ ਟਰੈਵਲ ਦੀ ਇਜਾਜ਼ਤ ਨਹੀਂ ਹੈ, ਤੇ ਅੱਜ ਦੇ ਐਲਾਨ ਤੋਂ ਬਾਅਦ ਇਸ ਨੂੰ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਬੰਦ ਰੱਖਿਆ ਜਾਵੇਗਾ। ਫਰਵਰੀ ਮਹੀਨੇ ਤੋਂ ਜਿਹੜੇ ਮਰੀਜ਼ ਬਾਰਡਰ ਦੇ ਰਾਹੀਂ ਮੈਡੀਕਲ ਟ੍ਰੀਟਮੈਂਟ ਲੈਣ ਦੇ ਵਾਸਤੇ ਜਾ ਰਹੇ ਨੇ, ਉਹਨਾਂ ਨੂੰ ਇਕਾਂਤਵਾਸ ਤੋਂ ਰਾਹਤ ਦਿੱਤੀ ਜਾ ਰਹੀ ਹੈ, ਪਰ ਵੈਕਸੀਨੇਸ਼ਨ ਨੂੰ ਇਸ ਐਸੈਂਸ਼ੀਅਲ ਟਰੈਵਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਅਮਰੀਕਾ ਦੇ ਕੁਝ ਸੂਬਿਆਂ ਵੱਲੋਂ ਟਰੱਕ ਡਰਾਈਵਰਸ ਨੂੰ ਮੁਫਤ ਦੇ ਵਿੱਚ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ, ਜੋ ਕਿ ਕੈਨੇਡਾ ਤੋਂ ਅਮਰੀਕਾ ਬਾਰਡਰ ਰਾਹੀਂ ਯਾਤਰਾ ਕਰਦੇ ਹਨ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਵੀ ਵੈਕਸੀਨੇਸ਼ਨ ਨੂੰ ਐਸੈਂਸ਼ੀਅਲ ਕੈਟਾਗਰੀ ਦੇ ਵਿੱਚ ਜਾਣੀ ਕਿ ਸ਼੍ਰੇਣੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਬ੍ਰਿਟੇਨ ਤੋਂ ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ, ਜਿੱਥੇ ਇਸ ਟੀਕੇ ਦੀ ਸੁਰੱਖਿਅਤਾ ਦੇ ਬਾਰੇ ਵਿੱਚ ਦੱਸਿਆ ਗਿਆ ਹੈ। ਬ੍ਰਿਟੇਨ ਵੱਲੋਂ ਕਿਹਾ ਗਿਆ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ 2 ਸ਼ਾਟ ਤੋਂ ਬਾਅਦ ਇਹ ਕੋਰੋਨਾ ਵਾਇਰਸ ਦੇ ਖਿਲਾਫ 90% ਤੱਕ ਅਸਰਦਾਰ ਸਾਬਤ ਹੋ ਸਕਦਾ ਹੈ। ਐਸਟ੍ਰਾਜੈਨੇਕਾ ਟੀਕੇ ਦੇ ਬਾਰੇ ਵਿੱਚ ਇੱਕ ਸਟੱਡੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ 2 ਸ਼ਾਟਸ ਕੋਰੋਨਾ ਵਾਇਰਸ ਦੇ ਖਿਲਾਫ 90% ਅਸਰਦਾਰ ਹਨ। ਪਬਲਿਕ ਹੈਲਥ ਇੰਗਲੈਂਡ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ 2 ਡੋਜ਼ 85% ਤੋਂ ਲੈ ਕੇ 90% ਤੱਕ ਕੋਰੋਨਾ ਵਾਇਰਸ ਦੇ ਖਿਲਾਫ ਅਸਰਦਾਰ ਹਨ। ਬ੍ਰਿਟੇਨ ਦੇ ਵਿੱਚ ਕੋਰੋਨਾ ਵਾਇਰਸ ਦਾ ਕਾਫੀ ਜ਼ਿਆਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲਿਆ, ਪਰ ਹੁਣ ਇੱਥੇ ਜਲਦ ਤੋਂ ਜਲਦ ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਬ੍ਰਿਟੇਨ ਅਜਿਹਾ ਪਹਿਲਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਐਸਟ੍ਰਾਜੈਨੇਕਾ ਟੀਕੇ ਦੀ ਵਰਤੋਂ ਕੀਤੀ ਗਈ। ਹਫ਼ਤਾਵਾਰੀ ਸਰਵੇਲੈਂਸ ਦੀ ਰਿਪੋਰਟ ਪਬਲਿਕ ਹੈਲਥ ਇੰਗਲੈਂਡ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਇਸ ਵੈਕਸੀਨ ਦੀ ਇਫੈਕਟਿਵਨੈਸ ਜਾਣੀ ਕਿ ਅਸਰ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ।
ਵੈਕਸੀਨ ਮਿਨਿਸਟਰ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਨਵੇਂ ਡਾਟਾ ਦਾ ਜ਼ਿਕਰ ਕੀਤਾ ਹੈ ਕਿ ਐਸਟ੍ਰਾਜੈਨੇਕਾ ਦਾ ਟੀਕਾ ਕੋਰੋਨਾ ਵਾਇਰਸ ਦੇ ਖਿਲਾਫ ਕਿੰਨੇ ਫੀਸਦੀ ਅਸਰ ਹੈ ਜਦੋਂ ਇਸ ਦੇ 2 ਸ਼ਾਟ ਲਗਾਏ ਜਾਂਦੇ ਨੇ। ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਤੋਂ ਹੀ ਬ੍ਰਿਟੇਨ ਦੇ ਵਿੱਚ ਫਾਈਜ਼ਰ ਅਤੇ ਐਸਟ੍ਰਾਜੈਨੇਕਾ ਵੈਕਸੀਨ ਲਗਾਏ ਜਾ ਰਹੇ ਹਨ। ਅਪ੍ਰੈਲ ਮਹੀਨੇ ਮਾਡਰਨਾ ਵੈਕਸੀਨ ਲਗਾਉਣ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਬ੍ਰਿਟੇਨ ਵੱਲੋਂ ਵੈਕਸੀਨ ਦੇ ਡੋਜ਼ ਦੇ ਵਿੱਚ 12 ਹਫ਼ਤਿਆਂ ਦਾ ਗੈਪ ਰੱਖਿਆ ਜਾ ਰਿਹਾ ਹੈ, ਜਾਣੀ ਕਿ 12 ਹਫ਼ਤਿਆਂ ਦਾ ਸਮਾਂ ਪਾਇਆ ਜਾ ਰਿਹਾ ਹੈ। ਕਿਊਬੈਕ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 12 ਸਾਲ ਤੋਂ 17 ਸਾਲ ਦੀ ਉਮਰ ਵਾਲਿਆਂ ਦੀ ਵੈਕਸੀਨੇਸ਼ਨ ਲਗਾਈ ਜਾਣਗੇ, ਜਿਸ ਦੇ ਵਾਸਤੇ ਅਪਾਇੰਟਮੈਂਟ ਸ਼ੁਰੂ ਕੀਤੀ ਜਾ ਰਹੀ ਹੈ। ਕਿਊਬੈਕ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਜੂਨ ਮਹੀਨੇ ਦੇ ਆਖਿਰ ਤੱਕ ਕਿਊਬੈਕ ਟੀਨਏਜਰਸ ਨੂੰ ਪਹਿਲ ਦੇ ਆਧਾਰ ਦੇ ਉੱਪਰ ਕੋਰੋਨਾ ਟੀਕਾ ਲਗਾਉਣਾ ਚਾਹੁੰਦਾ ਹੈ। ਕਿਊਬੈਕ ਵੱਲੋਂ 12 ਸਾਲ ਤੋਂ 17 ਸਾਲ ਉਮਰ ਵਾਲਿਆਂ ਦੇ ਵਾਸਤੇ ਵੈਕਸੀਨ ਅਪਾਇੰਟਮੈਂਟ ਖੋਲ੍ਹ ਦਿੱਤੀਆਂ ਗਈਆਂ ਨੇ। ਇਸ ਦੀ ਜਾਣਕਾਰੀ ਸਿਹਤ ਮੰਤਰੀ ਵੱਲੋਂ ਨਿਊਜ਼ ਕਾਨਫਰੰਸ ਦੇ ਦੌਰਾਨ ਸਾਂਝੀ ਕੀਤੀ ਗਈ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੱਚਿਆਂ ਨੂੰ ਜਿੰਨੀ ਛੇਤੀ ਹੋ ਸਕੇ ਉਨੀ ਜਲਦੀ ਕੋਵਿਡ-19 ਵੈਕਸੀਨ ਸ਼ਾਟ ਲਗਾਏ ਜਾਣਗੇ। ਸ਼ੁੱਕਰਵਾਰ ਨੂੰ ਮੌਂਟਰੀਅਲ ਦੇ 2 ਡਰਾਈਵ ਥਰੂ ਵੈਕਸੀਨੇਸ਼ਨ ਸਾਈਟਸ ਦੇ ਵਿੱਚ ਵੈਕਸੀਨੇਸ਼ਨ ਲਗਾਈ ਜਾਵੇਗੀ। ਇਸ ਦੇ ਵਾਸਤੇ ਮਈ 25 ਤੋਂ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਈ ਜਾ ਸਕਦੀ ਹੈ। ਜੂਨ 7 ਤੋਂ ਲੈ ਕੇ ਜੂਨ 14 ਤੱਕ ਸਕੂਲ ਸੈਟਿੰਗਸ ਦੇ ਵਿੱਚ ਵੈਕਸੀਨੇਸ਼ਨ ਆਫਰ ਕੀਤੀ ਜਾਵੇਗੀ। ਕਿਊਬੈਕ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ ਕਿ ਜੂਨ ਆਖਿਰ ਤੱਕ ਟੀਨੇਜਰਸ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਜਾ ਸਕੇ, ਜਿਸ ਦੇ ਨਾਲ ਫਾਲ ਦੇ ਵਿੱਚ ਕੋਵਿਡ-19 ਬੂਸਟਰ ਉਹਨਾਂ ਨੂੰ ਲਗਾਇਆ ਜਾ ਸਕੇਗਾ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਂ ਖਬਰਾਂ ਦੇ ਉੱਪਰ। ਕੈਨੇਡਾ ਅਮਰੀਕਾ ਬਾਰਡਰ ਰਹੇਗਾ ਬੰਦ, ਟਰੂਡੋ ਨੇ ਦਿੱਤੀ ਇਸ ਬਾਰੇ ਜਾਣਕਾਰੀ। ontario ਦੇ ਵਿੱਚ ਪਾਬੰਦੀਆਂ ਹਟਾਉਣ ਦਾ ਹੋਇਆ ਐਲਾਨ, 3 ਪੜਾਵਾਂ ਦੇ ਤਹਿਤ ਹਟਣਗੀਆਂ ਪਾਬੰਦੀਆਂ। ਸਰੀ ਦੇ ਫਾਰਮ ਦੇ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ। ਕੈਨੇਡਾ ਦੇ ਵਿੱਚ ਗਰਮੀ ਲੰਘ ਸਕਦੀ, ਪਾਬੰਦੀਆਂ ਦੇ ਵਿੱਚ ਕੈਨੇਡਾ ਵਾਸੀਆਂ ਨੇ ਦੱਸੇ ਵਿਚਾਰ। ਕੈਨੇਡਾ ਵੱਲੋਂ ਛੇਤੀ ਨਹੀਂ ਹਟਾਈਆਂ ਜਾਣਗੀਆਂ ਯਾਤਰਾ ਪਾਬੰਦੀਆਂ, ਜਾਣੋ ਕੈਨੇਡਾ ਦੀ ਕੋਰੋਨਾ ਬਾਰੇ ਅਪਡੇਟ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।